ਹੈਗੇ ਅਕਾਊਂਟਿੰਗੇਸ਼ਨ ਕੀ ਹੁੰਦੀ ਆ। ਡਿਊਲ ਐਸਪੈਕਟ ਕੰਸੈਪਟ ਤੁਹਾਨੂੰ ਪਤਾ ਕਿ ਡਿਊਲ ਐਸਪੈਕਟ ਕੰਸੈਪਟ ਕੀ ਹੁੰਦਾਗਾ। ਇੱਕ ਅਕਾਊਂਟ ਡੈਬਿਟ ਹੁੰਦਾ ਤੇ ਦੂਜਾ ਕ੍ਰੈਡਿਟ ਹੁੰਦਾਗਾ। ਇਸ ਬੇਸਡ ਔਨ ਅਕਾਊਂਟਿੰਗੇਸ਼ਨ ਕਿਸ ਬੇਸ ਤੇ ਅਕਾਊਂਟਿੰਗੇਸ਼ਨ ਤੇ ਬੇਸ ਆ। ਅੰਡਰ ਦਾ ਕੰਸੈਪਟ ਦੀ ਸਮ ਆਫ ਐਸਟ ਇਜ਼ ਆਲਵੇਜ਼ ਇਕੁਅਲ ਟੂ ਟੋਟਲ ਇਕੁਇਟੀਜ਼। ਸਮ ਕਿਹਦੇ ਇਕੁਅਲ ਹੁੰਦਾਗਾ, ਐਸਟ ਦਾ ਟੋਟਲ ਇਕੁਇਟੀਜ਼। ਤਾਂ ਇਹਨੂੰ ਅਕਾਊਂਟਿੰਗੇਸ਼ਨ ਕੀ ਲਿਖਿਆ, ਇਕੁਇਟੀਜ਼ ਇਕੁਅਲ ਟੂ ਐਸਟਸ। ਇਕੁਇਟੀ ਕੀ ਹੁੰਦਾ, ਪੈਸਾ ਕਿੱਥੋਂ ਆ ਰਿਹਾ, ਇਕੁਅਲ ਟੂ ਐਸਟਸ। ਦੇਖੋ ਇਕੁਇਟੀਜ਼ ਰੈਫਰ ਟੂ ਆਲ ਕਲੇਮ ਔਰ ਰਾਈਟ ਅਗੇਂਸਟ ਦਾ ਐਸਟਸ ਆਫ ਐਂਟਰਪ੍ਰਾਈਜ਼। ਦਿਸ ਇੰਡੀਕੇਟ ਦਾ ਸੋਰਸ ਆਫ ਐਸਟਸ, ਜਿਹੜਾ ਦੱਸਦਾ ਵੀ ਸੋਰਸ ਕਿੱਥੋਂ ਆ ਰਿਹਾ, ਕੀ ਇੰਡੀਕੇਟ ਕਰਦਾ ਸੋਰਸ, ਪੈਸਾ ਕਿੱਥੋਂ ਆ ਰਿਹਾ, ਸੋਰਸ ਆਫ ਐਸਟ ਕੀ ਆ। ਜੇ ਕਲੇਮ ਅਗੇਂਸਟ ਦਾ ਐਸਟ ਮੇ ਵੀ ਐਕਸਟਰਨਲ ਔਰ ਇੰਟਰਨਲ। ਕੀ ਹੋ ਸਕਦਾ, ਐਕਸਟਰਨਲ ਵੀ ਹੋ ਸਕਦਾ, ਇੰਟਰਨਲ। ਐਕਸਟਰਨਲ ਕੀ ਹੁੰਦਾ, ਥਰਡ ਪਾਰਟੀ ਦੇ ਪੈਸੇ ਦੇਣੇ ਨੇ। ਇੰਟਰਨਲ ਕੀ ਹੁੰਦਾਗਾ, ਮਾਲਕਾਂ ਦੇ ਪੈਸੇ ਦੇਣੇ ਨੇ। ਠੀਕ ਆ। ਜਾਂ ਆਪਾਂ ਇਕੁਇਟੀ ਨੂੰ ਕੀ ਲਿਖ ਸਕਦੇ ਹਾਂ, ਇੰਟਰਨਲ ਕਲੇਮ। ਇੰਟਰਨਲ ਕਲੇਮ ਪਲੱਸ ਐਕਸਟਰਨਲ ਕਲੇਮ। ਇੰਟਰਨਲ ਕਲੇਮ ਕੀ ਆ, ਇਕੁਇਟੀ ਕੀ ਹੁੰਦਾ ਬੇਟਾ, ਸੋਰਸ ਕੀ ਆ, ਕੌਣ ਪੈਸਾ ਲਾਉਂਦਾ ਬਿਜ਼ਨਸ। ਇਹ ਤਾਂ ਮਾਲਕ ਲਾਉਂਦੇ, ਉਹਨੂੰ ਇੰਟਰਨਲ ਕਲੇਮ ਕਹਿੰਦੇ। ਇੱਕ ਆਊਟਸਾਈਡਰ ਤੋਂ ਆਪਾਂ ਉਧਾਰ ਲੈਂਦੇ ਹਾਂ, ਐਕਸਟਰਨਲ ਕਲੇਮ ਇਕੁਅਲ ਟੂ ਐਸਟਸ। ਓਨਰ ਕਲੇਮ ਕੀ, ਓਨਰ ਕਲੇਮ ਨੂੰ ਕੀ ਆਖਾਂਗੇ, ਓਨਰ ਇਕੁਇਟੀ ਪਲੱਸ ਕ੍ਰੈਡੀਟਰ। ਐਕਸਟਰਨਲ ਕਲੇਮ ਨੂੰ ਕੀ ਕਹਿੰਦੇ, ਆਊਟਸਾਈਡ ਲਾਇਬਿਲਿਟੀ। ਜਿਕਲ ਆਊਟਸਾਈਡ ਇਕੁਇਟੀ ਕੀ ਬੋਲਦੇ ਹੈਗੇ ਬੇਟਾ, ਜਿਕਲ ਟੂ ਐਸਟਸ। ਤੇ ਕੈਪੀਟਲ ਪਲੱਸ ਲਾਇਬਿਲਿਟੀ। ਕੈਪੀਟਲ ਓਨਰ ਨੇ ਜਿਹੜਾ ਪੈਸਾ ਲਾਇਆ ਉਹਨੂੰ ਕੈਪੀਟਲ ਕਹਿੰਦੇ, ਆਊਟਸਾਈਡ ਨੂੰ ਕੀ ਕਹਿੰਦੇ, ਲਾਇਬਿਲਿਟੀ ਇਕੁਅਲ ਟੂ ਐਸਟ। ਸਿੰਪਲ ਜੀ ਗੱਲ ਆ ਬੇਟਾ, ਦੁਬਾਰਾ ਰਿਪੀਟ ਕਰ ਰਿਹਾ। ਇਕੁਇਟੀ ਦਾ ਮਤਲਬ ਕੀ ਹੁੰਦਾ, ਸੋਰਸ ਕਿੱਥੋਂ ਆ ਰਿਹਾ ਬਿਜ਼ਨਸ 'ਚ। ਇੰਟਰਨਲ ਤੇ ਐਕਸਟਰਨਲ। ਇੰਟਰਨਲ ਕੀ ਹੁੰਦਾ, ਮਾਲਕ ਪੈਸਾ ਲਾ ਰਹੇ ਨੇ। ਐਕਸਟਰਨਲ ਬਾਹਰੋਂ ਉਧਾਰ ਲੈ ਰਹੇ ਆ, ਗੁਡਸ ਖਰੀਦ ਰਹੇ ਆ ਜਾਂ ਲੋਨ ਲੈ ਰਹੇ ਆ, ਇਕੁਅਲ ਟੂ ਐਸਟਸ। ਹੁਣ ਜਾਂ ਕਹਿ ਸਕਦੇ ਹਾਂ ਓਨਰ ਇਕੁਇਟੀ ਪਲੱਸ ਆਊਟਸਾਈਡਰ ਇਕੁਇਟੀ ਇਕੁਅਲ ਟੂ ਐਸਟਸ। ਜਾਂ ਆਪਾਂ ਕੀ ਡਿਫਾਈਨ ਕਰਾਂਗੇ, ਕੈਪੀਟਲ ਪਲੱਸ ਲਾਇਬਿਲਿਟੀ ਇਕੁਅਲ ਟੂ ਐਸਟਸ ਦੇ ਇਕੁਅਲ ਹੁੰਦਾ। In case of binding up of business, the owner does not have any claim of the assets of the business until a claim are satisfied. ਠੀਕ ਆ। ਕੀ ਹੁੰਦਾ ਕਿ ਜਦੋਂ ਕਹਿੰਦਾ ਬਿਜ਼ਨਸ ਬੰਦ ਹੁੰਦਾ, ਪਹਿਲਾਂ ਕਿਹਦੀ ਪਾਰਟੀ ਪੇਮੈਂਟ ਕੀਤੀ ਜਾਂਦੀ ਆ, ਬਾਹਰਲੇ ਲੋਕਾਂ ਦੀ। ਮਾਲਕਾਂ ਨੂੰ ਤਾਂ ਆਮ ਕੁਝ ਮਿਲੂਗਾ ਜੇ ਬਚ ਰਿਹਾ ਅਖੀਰ 'ਚ। ਡਿਊ ਟੂ ਦੀ ਰੀਜਨ ਕਲੇਮ ਆਫ ਓਨਰ। ਜੇ ਆਪਾਂ ਕੀ ਕੈਪੀਟਲ ਪਤਾ ਕਰਨੀ, ਕੀ ਕਹਿ ਸਕਦੇ ਹਾਂ, ਕੈਪੀਟਲ ਐਸਟਸ ਇੱਧਰ ਲੈ ਕੇ ਕੀ ਉਹਨੂੰ ਮਾਈਨਸ ਹੋ, ਜਾਂ ਕਹਿ ਸਕਦੇ ਹਾਂ ਕੈਪੀਟਲ ਇਕੁਅਲ ਟੂ ਐਸਟਸ ਮਾਈਨਸ ਲਾਇਬਿਲਿਟੀ। ਹੁਣ ਅਕਾਊਂਟਿੰਗੇਸ਼ਨ ਪਤਾ ਲੱਗ ਗਈ। ਅਕਾਊਂਟਿੰਗੇਸ਼ਨ ਕੀ ਹੁੰਦੀ ਹੈਗੀ ਆ, ਮੇਨ ਕੀ ਆ, ਕੈਪੀਟਲ ਪਲੱਸ ਲਾਇਬਿਲਿਟੀ ਇਕੁਅਲ ਟੂ ਐਸਟਸ। ਕਿੱਥੋਂ ਡਿਫਾਈਨ ਕੀਤਾ, ਇਕੁਇਟੀ ਇਕੁਅਲ ਟੂ ਐਸਟਸ। ਇਕੁਇਟੀ ਕੀ ਹੁੰਦਾ, ਪੈਸਾ ਕਿੱਥੋਂ ਆ ਰਿਹਾ, ਓਨਰਸ ਲਾ ਰਹੇ ਨੇ, ਐਕਸਟਰਨਲ ਲਾ ਰਹੇ ਨੇ, ਇਕੁਅਲ ਟੂ ਐਸਟਸ। ਓਨਰ ਨੂੰ ਕੀ ਕਹਿੰਦੇ, ਕੈਪੀਟਲ ਪਲੱਸ ਲਾਇਬਿਲਿਟੀ ਇਕੁਅਲ ਟੂ ਐਸਟਸ। ਡਿਊਲ ਐਸੈਪਟ ਕੰਸੈਪਟ ਤੁਹਾਨੂੰ ਪਤਾ ਵੀ ਇੱਕ ਜਿਹੜਾ ਅਕਾਊਂਟਿੰਗ ਆ ਡਿਊਲ ਐਸੈਪਟ ਕੰਸੈਪਟ ਬੇਸ ਹੈ। ਡਿਊਲ ਐਸੈਪਟ ਕੰਸੈਪਟ ਕੀ ਹੁੰਦਾ, ਇੱਕ ਅਕਾਊਂਟ ਡੈਬਿਟ ਹੁੰਦਾ ਤੇ ਦੂਜਾ ਕ੍ਰੈਡਿਟ ਹੁੰਦਾ। ਹੁਣ ਆਪਾਂ ਨੇ ਇੱਕ ਪ੍ਰੈਕਟੀਕਲ ਕਰਨ ਲੱਗੇ ਇਕੁਏਸ਼ਨ ਯਾਦ ਰੱਖਣੀ ਆ, ਕੈਪੀਟਲ ਪਲੱਸ ਲਾਇਬਿਲਿਟੀ ਇਕੁਅਲ ਟੂ ਐਸਟਸ। ਅਕਾਊਂਟਿੰਗੇਸ਼ਨ ਦਾ ਟੌਪਿਕ ਆ ਰਿਹਾ। ਅਕਾਊਂਟਿੰਗੇਸ਼ਨ ਕੀ ਹੁੰਦੀ ਆ, ਐਸਟਸ ਇਕੁਅਲ ਟੂ ਕੀ ਹੁੰਦੀ ਆ, ਕੈਪੀਟਲ ਪਲੱਸ ਲਾਇਬਿਲਿਟੀਜ਼। ਕੈਪੀਟਲ ਜਿਹੜੇ ਓਨਰ ਨੇ ਪੈਸੇ ਲਗਾਏ, ਲਾਇਬਿਲਿਟੀ ਜੋ ਬਾਹਰਲੇ ਲੋਕਾਂ ਨੂੰ ਪੈਸੇ ਦੇਣੇ ਨੇ, ਇਹਦਾ ਟੋਟਲ ਇਕੁਅਲ ਹੁੰਦਾ। ਐਸਟ ਇਕੁਅਲ ਟੂ ਕੀ ਹੁੰਦੀ ਹੈ, ਕੈਪੀਟਲ ਪਲੱਸ ਲਾਇਬਿਲਿਟੀ। ਹੁਣ ਦੇਖੋ ਇਹ 'ਚ ਇਲਸਟ੍ਰੇਸ਼ਨ ਨੰਬਰ 2 ਆ। ਪਹਿਲੀ ਸਟੇਟਮੈਂਟ ਬੁੱਕ ਦੇ ਵਿੱਚ ਲਿਖੀ ਹੈ, ਰਘੂਨਾਥ ਕਮੈਂਸ ਬਿਜ਼ਨਸ ਵਿਦ ਕੈਸ਼ ₹80,000। ਦੇਖੋ ਰਘੂਨਾਥ ਨੇ ਬਿਜ਼ਨਸ ਕਮੈਂਸ ਕੀਤਾ 80,000 ਅਮਾਊਂਟ ਲਗਾ ਕੇ। ਠੀਕ ਆ। ਤਾਂ ਇਹਦੇ ਨਾਲ ਕੀ ਹੁੰਦਾ ਬਿਜ਼ਨਸ 'ਚ, ਕੈਸ਼ ਕੀ ਹੁੰਦਾ ਵਾਧਾ। ਤੁਹਾਨੂੰ ਵੈਸੇ ਜਰਨਲ ਐਂਟਰੀ ਵੀ ਕੀਤੀ ਇਹਨੇ, ਕੈਸ਼ ਟੂ ਕੈਪੀਟਲ ਪੈਂਦਾ ਐਂਟਰੀ ਤਾਂ, ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ। ਦੇਖੋ ਬੇਟਾ ਸਟੇਟਮੈਂਟ 'ਚ ਕੀ ਲਿਖਿਆ ਹੈ, ਰਘੂਨਾਥ ਨੇ ਬਿਜ਼ਨਸ ਕਮੈਂਸ ਕੀਤਾ ਕਿੰਨੇ ਰੁਪੀਸ ਨਾਲ, 80,000। ਇਹਦੇ ਨਾਲ ਕੀ ਹੋਊਗਾ, ਕੈਸ਼ ਕੀ ਹੁੰਦਾ ਵਧੂਗਾ। ਵੈਸੇ ਤੁਹਾਨੂੰ ਜਰਨਲ ਐਂਟਰੀ ਤੁਹਾਨੂੰ ਦੱਸ ਹੀ ਚੁੱਕਿਆ ਸੀ, ਕੈਸ਼ ਟੂ ਕੈਪੀਟਲ ਆ, ਕੈਸ਼ ਵੱਧਦਾ ਹੈ ਨਾ ਬਿਜ਼ਨਸ 'ਚ। ਅਤੇ ਹੋਰ ਕੀ ਵੱਧਦੀ ਹੈ, ਕੈਪੀਟਲ ਵੱਧਦੀ ਆ। ਕਿੰਨੇ ਰੁਪਏ ਨਾਲ ਬਿਜ਼ਨਸ ਸ਼ੁਰੂ ਕੀਤਾ, 80,000 ਨਾਲ। ਤਾਂ 80,000 ਨਾਲ ਕੈਸ਼ ਵੱਧ ਗਿਆ ਅਤੇ 80,000 ਨਾਲ ਕੀ ਵੱਧ ਗਿਆ, ਕੈਪੀਟਲ ਇਨਕਰੀਜ਼ ਹੋ ਗਈ। ਫਿਰ ਹੁਣ ਇਹਦਾ ਆਪਾਂ ਟੋਟਲ ਕਰ ਲਾਂਗੇ, ਇਹਦਾ ਟੋਟਲ ਕਿੰਨਾ ਆ ਗਿਆ, ਇਹਦਾ ਟੋਟਲ ਕਰ ਲੈਣਾ। ਇਹਦਾ ਟੋਟਲ ਕਿੰਨਾ ਆ ਗਿਆ, 80,000 ਆ ਗਿਆ। ਠੀਕ ਹੈ, 80,000 ਆ ਗਿਆ। ਕਿਤੇ ਨੈਕਸਟ ਦਾ ਟੋਟਲ ਕਿੰਨਾ ਹੈ, 80,000। ਜੋ ਕੋਈ ਸਟੇਟਮੈਂਟ ਹੁੰਦੀ ਆ ਤਾਂ ਠੀਕ ਆ, ਇਹ ਕੀ ਬਣ ਗਈ, ਨਿਊ ਇਕੁਏਸ਼ਨ ਬਣ ਗਈ, ਜਿਹਨੂੰ ਆਪਾਂ ਫਸਟ ਇਕੁਏਸ਼ਨ ਕਹਿ ਦਿੰਦੇ ਹਾਂ। ਬਿਜ਼ਨਸ ਸਟਾਰਟ ਕੀਤਾ, ਉਹਦੇ ਨਾਲ ਕੈਸ਼ ਵਧਿਆ, ਕੈਪੀਟਲ ਵਧੀ ਆ, ਕੈਸ਼ ਇਨਕਰੀਜ਼ ਕਰਤਾ ਅਤੇ ਕੈਪੀਟਲ ਇਨਕਰੀਜ਼ ਕਰਤੀ। ਦੇਖੋ ਕੈਸ਼ ਬਿਜ਼ਨਸ ਕਮੈਂਸ ਕੀਤਾ ਸੀ, ਕੈਸ਼ ਇਨਕਰੀਜ਼ ਹੋਇਆ ਅਤੇ ਕੈਪੀਟਲ ਇਨਕਰੀਜ਼ ਹੋਈ ਸੀ। ਠੀਕ ਆ। ਨੈਕਸਟ ਸਟੇਟਮੈਂਟ ਕੀ ਹੈ, ਪਰਚੇਜ਼ ਗੁਡਸ ਔਨ ਕ੍ਰੈਡਿਟ ₹80,000। ਵੈਸੇ ਜਨਰਲ ਐਂਟਰੀ ਕੀ ਪਾਉਂਦੇ ਹੁੰਦੇ ਹੋ ਤੁਸੀਂ, ਪਰਚੇਜ਼ ਅਕਾਊਂਟ ਡੈਬਿਟ ਟੂ ਕ੍ਰੈਡਿਟਰਸ ਪਾਉਂਦੇ ਹੁੰਦੇ ਆ। ਲੇਕਿਨ ਜੋ ਪ੍ਰੈਕਟੀਕਲੀ ਕੀ ਹੁੰਦਾ, ਜਦੋਂ ਆਪਾਂ ਗੁਡਸ ਪਰਚੇਜ਼ ਕਰਦੇ ਹਾਂ ਕੀ ਇਨਕਰੀਜ਼ ਹੁੰਦਾ, ਸਟਾਕ ਵੱਧਦਾ। ਠੀਕ ਆ, ਸਟਾਕ ਇਨਕਰੀਜ਼ ਹੁੰਦਾ। ਤਾਂ ਇੱਥੇ ਆਪਾਂ ਇਹ ਪਲੱਸ ਕਰ ਲਾਂਗੇ, ਉੱਪਰ ਜਿਹੜੀ ਐਸਟਸ ਬਣੀ ਹੋਈ 'ਚ ਜਿਹੜੀ ਨਵੀਂ ਐਸਟ ਆਈ ਜਾਊਗੀ ਉਹਨੂੰ ਲਿਖੀ ਚੱਲਾਂਗੇ, ਸਟਾਕ ਵੱਧ ਗਿਆ। ਠੀਕ।
ਹੋਰ ਕੀ ਵਧਿਆ ਹੋਊਗਾ, ਲਾਇਬਿਲਿਟੀ ਵਧੀ ਹੋਊਗੀ ਜਿਹਨੂੰ ਅਸੀਂ ਕ੍ਰੈਡੀਟਰਸ ਕਹਿ ਦਿੰਦੇ ਹੈਗੇ ਆ। ਠੀਕ ਆ, ਲਾਇਬਿਲਿਟੀ ਇਨਕਰੀਜ਼ ਹੋਈ ਆ ਜਿਹਨੂੰ ਕੀ ਕਹਿ ਦਿੰਦੇ ਆ, ਕ੍ਰੈਡੀਟਰਸ ਕਹਿ ਦਿੰਦੇ ਆ। ਹੁਣ ਆਪਣਾ ਸਟਾਕ ਵਧਿਆ ਗਾ, ਠੀਕ ਆ, ਸਟਾਕ ਵਧਿਆ ਹੈਗਾ ਤਾਂ ਆਪਾਂ ਕੈਸ਼ ਦਾ ਇਨਕਰੀਜ਼ ਹੋਇਆ ਨਹੀਂ, ਨਵੀਂ ਇਕੁਏਸ਼ਨ ਨਾਲ ਕੀ ਹੋ ਗਿਆ, ਆਪਾਂ ਨੇ ਕੀ ਕੀਤਾ, ਪਰਚੇਜ਼ ਕੀਤੀਆਂ ਨੇ ਗੁੱਡਸ ਔਨ ਕ੍ਰੈਡਿਟ ₹80,000। ਕੀ ਹੋਇਆ, ਕੈਸ਼ ਦਾ ਇਨਕਰੀਜ਼ ਨਹੀਂ ਹੋਇਆ ਹੈਗਾ, ਕੀ ਇਨਕਰੀਜ਼ ਹੋਇਆ, ਸਟਾਕ ਵਧਿਆ ਨਾ। ਸਟਾਕ ਕਿੰਨੇ ਨਾਲ ਵਧਿਆ, 20,000। देखो आप स्टेटमेंट कर रहे थे परचेज गुड्स ऑन क्रेडिट 20,000 आ, 20,000 ना की होगा तो जन की होंगे, स्टॉक इनक्रीज होया होगा तो लाइबिलिटी वधी होनी। ठीक है, हुण अपने की लिखा सी स्टॉक ऐड कर लिया, एसेट च कोई नवी आ जाए एसेट नूं ऐड कर लेना, स्टॉक ऐड कर लिया। स्टॉक किन्ने ना, कैश तो वधिया नहीं, स्टॉक किन्ने ना वधिया 20,000 नाल। ठीक है, कैपिटल वधी नहीं हैगी, कैपिटल किन्ने ना वधिया 0 नाल। अपने उधारियां खरीदियां ने, की वधे हुणे क्रेडिटर, इत्थे क्रेडिटर्स ऐड कर ले। ठीक है, क्रेडिटर्स अपने ऐड कर लिया, क्रेडिटर्स किन्ने ना वधे हुणे, इत्थे जो इनक्रीज होए ने आप लिख देने हैं, किन्ने ना वधे ने 20,000 नाल। ठीक है, 20,000 ना इनक्रीज होए ने। जो आप क्रेडिट ते चीज़ां लैने आ उहदे नाल की हुंदा गा, स्टॉक वधदा जी, तां कोई गुड्स आ गई जिन्होंने परचेज कह देने है, तो स्टॉक हुंदा, वैसे स्टॉक वध गया। होर की वध गया, लाइबिलिटी वध गई। लाइबिलिटी किन्ने ना वध गई, 20,000 लाइबिलिटी क्यों वधी, क्योंकि क्रेडिट से अपने गुड्स परचेज कीतियां ने। हुण इहदा आपां एडिशन कर लैंदे आ भी की हैगा। हुण 80,000 प्लस 0 कितना हो गया, 80,000 प्लस कितना हो गया, 20,000। ठीक है, फर्स्ट 20,000 हो गया। हुण इत्थे कितना हो गया, इनू एडिशन करिए आपां, इत्थे कितना लिखा 80,000 आ। ठीक है, 80,000 प्लस कितना हो गया, 20,000। देखो जो भी कोई नवी इक्वेशन बनती है, टोटल आपस टैली होना चाहिए, क्योंकि थोड़ा पता कि एसेट इक्वल टू की होंगे कैपिटल प्लस लाइबिलिटी। देखो इसका टोटल कितना आ रहा है, टोटल कितना आ रहा, टोटल कितना आ रहा, 1 लाख, इतने भी 1 लाख आ रहा, तो आप ठीक पता लग जाऊगा भी क्रॉस कर सकते हैं भी ठीक किया है। हुण ये की लिख देंगे आप, जो नवी एडिशन की न्यू इक्वेशन लिख देंगे, न्यू इक्वेशन। दोबारा एक बार देखो रिपीट भी कर देना। देखो पहले अपने बिजनेस स्टार्ट किया सीगा, जे आप अकाउंटिंग इक्वेशन की गल करिए तो इक्वेशन की होंगी है, कैपिटल एसेट इक्वल टू कैपिटल प्लस लाइबिलिटी। तो कैश वधिया, जो कैश आया ना बिजनेस तो की वधिया, कैपिटल वधी गया। थोड़ा पता कैश टू कैपिटल एंट्री बनती, कैश वध गया, कैपिटल वध गई। तो अपने इतने कैश लिख लिया, इतने कैपिटल लिख ली। हुण स्टॉक अपने गुड्स परचेज की ने, तो आप एसेट के लिख दिया करो, कोई नवी चीज़ आ गई, स्टॉक आ गई, उन्होंने प्लस कर दिया करो, स्टॉक होया। तो कैश का 0 इनक्रीज होया, स्टॉक किन्ने ना वधिया, 20,000 नाल। ठीक है, हुण कैपिटल तो वधी नहीं, उधारियां चीज़ां ने की वधी होंदी, लाइबिलिटी। लाइबिलिटी ये पहले है नहीं सी, हुण 20,000 इनक्रीज हो गई, 80,000 प्लस 20,000। हुण नैक्सट इक्वेशन करते हैं आप। देखो नाल दी नाल एक ट्रांजैक्शंस कॉलम आ ना, जो बुक दे विच स्टेटमेंट लिखो, ट्रांजैक्शन कॉलम च लिखो। हुण नैक्सट ट्रांजैक्शंस लिख ली मैंने, विड्रा कैश फॉर प्राइवेट यूज, बुक च लिखी हुई है 22,000 नाल लिख ली। की हो गया, प्राइवेट वरतों लई पैसे कढ़ा के लै गया। तो एंट्री का थोड़ा पता भी ड्राइंग टू कैश पैंदी होंगी है, पर हुण प्रैक्टिकली की हो, कैश की हो जाऊगा, घट जूगा, किन्ने ना घटूगा कैश, 20,000 ना, क्योंकि 2,000 ना 2,000 विड्रॉल करवाए ना, 2,000 ना डिक्रीज हो कैश। स्टॉक का स्टॉक दे विच कोई चेंज नहीं हुई, स्टॉक ना वधिया ना घटिया। हुण कैपिटल तो घटूगी, क्योंकि पर्सनल यूज लई विड्रॉल करवा ली, कैपिटल घटूगी, किन्ने रुपए ना घटूगी, 2,000। जिहदे विच कोई भी चेंज नहीं हुंदी, उत्थे 0 लिख देना हुंदा, 0। ठीक है, हुण असीं इन्हां दा की करांगे, एडिशन करांगे। ठीक है, ये इत्थे लिख देना आपां न्यू इक्वेशन। न्यू इक्वेशन लिखता। हुण देखो न्यू इक्वेशन की बनी है 78,000 प्लस 20,000 इक्वल टू की लिखांगे, कितना है 78,000 प्लस 20,000।
ਜਿਹੜਾ ਟੋਟਲ ਆ ਟੋਟਲ ਟੈਲੀ ਹੋਣਾ ਚਾਹੀਦਾ। ਇਹ ਜ਼ਰੂਰੀ ਨਹੀਂ ਵੀ ਇਹ ਤਾਂ ਵੈਸੇ ਹੀ ਇਕੁਅਲ ਆ ਰਹੇ ਨੇ 78 20 ਡਿਫਰੈਂਟ ਵੀ ਹੋਣਗੀਆਂ। ਟੋਟਲ ਐਡੀਸ਼ਨ ਇਹਦੇ ਨਾਲ ਟੈਲੀ ਹੋਣਾ ਚਾਹੀਦਾ। ਹੁਣ ਨੈਕਸਟ ਦੇਖਦੇ ਹਾਂ ਆਪਾਂ। ਦੇਖੋ ਨੈਕਸਟ ਟ੍ਰਾਂਜੈਕਸ਼ਨ ਦੇਖੋ ਕੀ ਲਿਖੀ ਹੋਈ ਆ ਬੁੱਕ ਦੇ ਵਿੱਚ, ਜੋ ਸਟੇਟਮੈਂਟ ਆ ਮੈंने ਉਹੀ ਲਿਖੀ ਆ। ਸੋਲਡ ਗੁੱਡਸ ਔਨ ਕ੍ਰੈਡਿਟ ₹20,000 ਰੁਪੀਜ਼ ਲਿਖਿਆ ₹20,000, ਕੋਸਟ ਪ੍ਰਾਈਸ 15,000। ਜਿਹੜੀਆਂ ਆਪਾਂ ਨੇ ਗੁੱਡਸ ਨੂੰ ਉਧਾਰ ਵੇਚਤਾ, ਕਿੰਨੇ ਰੁਪਏ 'ਚ ਵੇਚਤਾ 20,000 'ਚ, ਜਿਹਦੀ ਐਕਚੁਅਲ ਕਰਾ ਕੋਸਟ ਪ੍ਰਾਈਸ ਕਿੰਨੀ ਸੀ 15,000। ਠੀਕ ਆ। ਹੁਣ ਤੁਹਾਨੂੰ ਪਤਾ ਵੀ ਜਦੋਂ ਆਪਾਂ ਕ੍ਰੈਡਿਟ 'ਤੇ ਚੀਜ਼ ਵੇਚਦੇ ਆ ਉਹਨਾਂ ਨੂੰ ਕੀ ਕਹਿੰਦੇ ਆ, ਡੈਟਰਸ ਕੀ ਹੁੰਦੇ ਨੇ, ਜਿਨ੍ਹਾਂ ਤੋਂ ਪੈਸੇ ਲੈਣੇ ਨੇ। ਠੀਕ ਆ। ਤਾਂ ਆਪਾਂ ਨੇ ਪਲੱਸ ਇੱਥੇ ਲਿਖ ਦੇਣਾ, ਦੇਖੋ ਅਕਾਊਂਟਿੰਗੇਸ਼ਨ ਦੇ ਵਿੱਚ ਡੈਟਰਸ ਐਡ ਕਰ ਲਓ, ਡੈਟਰਸ। ਠੀਕ ਆ। ਹੁਣ ਆਪਣੇ ਕ੍ਰੈਡਿਟ ਦੇ ਗੁੱਡਸ ਵੇਚੀਆਂ ਨੇ, ਕਿੰਨੇ ਰੁਪਏ ਦੀ ਵੇਚੀਆਂ ਨੇ 20,000 ਦੀਆਂ, ਲੇਕਿਨ ਕੋਸਟ ਪ੍ਰਾਈਸ ਕੀ ਹੈ 15,000। ਕੈਸ਼ 'ਚ ਤਾਂ ਕੋਈ ਚੇਂਜ ਨਹੀਂ ਹੋਈ, ਕ੍ਰੈਡਿਟ ਟ੍ਰਾਂਜੈਕਸ਼ਨਸ ਹੋ ਰਹੀ ਹੈ ਤਾਂ ਜ਼ੀਰੋ ਲਿਖ ਲਈ ਵੀ ਕੈਸ਼ ਕੋਈ ਚੇਂਜ ਨਹੀਂ ਹੋਈ। ਕ੍ਰੈਡਿਟਰਸ ਕੀ ਸਟੋਕ ਵੇਚਿਆ, ਸਟੋਕ ਕਿੰਨੇ ਦਾ ਵੇਚਿਆ ਆਪਾਂ ਨੇ 15, ਜਿਹਦੀ ਕੋਸਟ ਪ੍ਰਾਈਸ 15,000 ਆ, ਤਾਂ ਆਪਾਂ ਕਿੰਨੇ ਲੈਸ ਕਰਾਂਗੇ 15,000 ਰੁਪਏ ਲੈਸ ਕਰਾਂਗੇ, ਲੈਸ 15,000 ਪਲੱਸ ਡੈਟਰ ਕਿੰਨੇ ਨਾਲ ਬਦੇ ਨੇ 20,000 ਨਾਲ। ਦੁਬਾਰਾ ਦੇਖ ਲਓ 20,000 ਨਾਲ ਡੈਟਰ ਕਿਵੇਂ ਬਦੇ ਨੇ, ਕਿਉਂਕਿ ਉਧਾਰ ਵੇਚਦਾ ਉਹਨੂੰ ਡੈਟਰਸ ਕਹਿੰਦੇ ਆ। ਪਲੱਸ ਕਰ ਲਿਆ ਉੱਪਰ, ਜਿਵੇਂ ਡੈਟਰਸ ਪਲੱਸ ਕਰਤਾ, ਪਹਿਲਾਂ ਕੈਸ਼ ਸੀ ਫਿਰ ਸਟੋਕ ਸੀ, ਹੁਣ ਡੈਟਰ ਪਲੱਸ ਕਰਤਾ, ਡੈਟਰ 20,000 ਨਾਲ ਬਣੇ ਨੇ। ਸਟੋਕ ਕਿੰਨੇ ਨਾਲ ਘਟਿਆ, ਸਟੋਕ ਬੇਟਾ ਲਿਖਿਆ ਹੋਇਆ ਵੀ ਕੋਸਟ ਪ੍ਰਾਈਸ 15 ਦਾ, ਸਟੋਕ 15 ਨਾਲ ਘਟੂਗਾ ਨਾ, ਜਿੰਨਾ ਕੋਸਟ ਪ੍ਰਾਈਸ ਆ ਉਹਨੇ ਨਹੀਂ ਘਟਦਾ ਹੁੰਦਾ। ਠੀਕ ਆ। ਹੁਣ ਤੁਹਾਨੂੰ ਪਤਾ ਲੱਗ ਰਿਹਾ ਵੀ ਇਹ 'ਚ ਡਿਫਰੈਂਸ ਕੀ ਆ ਰਿਹਾ, ਪਲੱਸ 5,000 ਰੁਪਏ ਐਡੀਸ਼ਨ ਜ਼ਿਆਦਾ ਆਓ ਪਹਿਲਾਂ ਨਾਲੋਂ, ਤਾਂ 5,000 ਰੁਪਏ ਕੀ ਹੋ ਗਿਆ, ਪ੍ਰੋਫਿਟ ਹੋ ਗਿਆ। ਜੇ ਪ੍ਰੋਫਿਟ ਹੋ ਜਾਏ ਕਿਹਦੇ ਵਿੱਚ ਐਡ ਕਰ ਦੇਣੇ ਹੁੰਦੇ ਆਪਾਂ ਕੈਪੀਟਲ 'ਚ, ਤਾਂ ਕੈਪੀਟਲ 'ਚ ਕਿੰਨਾ ਐਡ ਕਰ ਦਾਂਗੇ 5,000 ਐਡ ਕਰਾਂਗੇ। ਕ੍ਰੈਡਿਟਰ 'ਚ ਕੀ ਚੇਂਜ ਆ, ਜ਼ੀਰੋ ਚੇਂਜ ਆ। ਹੁਣ ਆਪਾਂ ਇਹਨਾਂ ਦਾ ਐਡੀਸ਼ਨ ਫੇਰ ਕਰ ਲੈਂਦੇ ਹਾਂ, ਨਿਊਗੇਸ਼ਨ ਬਣਾ ਲੈਂਦੇ ਹਾਂ। ਜਦੋਂ ਆਪਾਂ ਇਹਨਾਂ ਦਾ ਐਡੀਸ਼ਨ ਕਰੀਏ ਕਿੰਨਾ ਆ ਗਿਆ 78,000 ਪਲੱਸ ਕਿੰਨਾ ਹੈਗਾ 5,000, 20,000 'ਚ 15,000 ਲੈਸ ਕੀਤਾ, ਕਿੰਨਾ ਗਿਆ 5,000 ਪਲੱਸ 20,000। ਹੁਣ ਇਹਦੇ ਵਿੱਚ ਕਿੰਨਾ ਆ ਗਿਆ ਜੇ ਆਪਾਂ ਐਡੀਸ਼ਨ ਕਰੀਏ 83,000 ਪਲੱਸ 20,000। ਠੀਕ ਆ। ਹੁਣ ਜਿਵੇਂ ਤੁਹਾਨੇ ਇੱਥੇ ਤੱਕ ਕੀਤਾ ਤਾਂ ਆਪਾਂ 'ਚ ਫਿਰ ਟੋਟਲ ਟੈਲੀ ਕਰ ਲਿਓ, ਟੋਟਲ ਟੈਲੀ ਹੋ ਜਾਊਗਾ। ਠੀਕ ਆ। ਹੁਣ ਨੈਕਸਟ ਕਰਦੇ ਹਾਂ ਆਪਾਂ, ਟੋਟਲ ਆਪਾਂ 'ਚ ਟੈਲੀ ਹੋਊਗਾ ਬੇਟਾ, ਇਹਨੂੰ ਕਰਕੇ ਦੇਖ ਲਓ ਕਿੰਨਾ ਹੋ ਗਿਆ 1,03,000, ਤਾਂ ਇਸ ਸਾਈਡ ਵੀ ਕਿੰਨਾ ਟੋਟਲ ਆਊਗਾ 1,03,000 ਆਊਗਾ। ਠੀਕ ਆ। ਤਾਂ ਆਪਾਂ 'ਚ ਟੈਲੀ ਹੋ ਰਿਹਾ, ਠੀਕ ਕੀਤਾ। ਨੈਕਸਟ ਕਰਦੇ ਹਾਂ। ਦੇਖੋ ਨੈਕਸਟ ਟ੍ਰਾਂਜੈਕਸ਼ਨ ਦੇਖੋ, ਪਰਚੇਜ ਹੈ ਫਰਨੀਚਰ ₹1,500, ਫਰਨੀਚਰ ਖਰੀਦ ਲਿਆ। ਹੁਣ ਕੈਸ਼ ਹੈ, ਸਟੋਕ ਆ, ਡੈਟਰਸ ਆ, ਫਰਨੀਚਰ ਤਾਂ ਹੈ ਨਹੀਂ ਸੀ ਨਾ ਇਹਦੇ ਵਿੱਚ, ਤਾਂ ਫਰਨੀਚਰ ਕੋਈ ਐਸਟ ਨਵੀਂ ਹੁੰਦੀ ਹੈ ਪਲੱਸ ਕਰ ਲਿਆ ਕਰੋ ਫਰਨੀਚਰ। ਠੀਕ ਹੈ, ਫਰਨੀਚਰ ਪਲੱਸ ਕਰ ਲਿਆ ਹੁਣ ਆਪਾਂ ਨੇ। ਹੁਣ ਕੀ ਹੈਗਾ, ਜਦੋਂ ਆਪਾਂ ਫਰਨੀਚਰ ਪਰਚੇਜ ਕਰਾਂ ਕੈਸ਼ ਕਿਉਂ ਘਟੂਗਾ, ਕਿੰਨੇ ਰੁਪਏ ਨਾਲ ਘਟੂਗਾ 1,500 ਰੁਪਏ ਨਾਲ। ਸਟੋਕ ਦੇ ਵਿੱਚ ਕੋਈ ਚੇਂਜ ਨਹੀਂ ਹੋਣੀ, ਸਟੋਕ ਕਿੰਨਾ ਸੀ 5 ਦਾ 5 ਹੀ ਰਹੂਗਾ, ਜ਼ੀਰੋ ਲਿਖ ਦੇਣਾ ਜੇ ਕੋਈ ਚੇਂਜ ਨਹੀਂ ਹੁੰਦੀ। ਅੱਗੇ ਨੇ ਡੈਟਰਸ, ਡੈਟਰਸ ਕੋਈ ਜ਼ੀਰੋ ਚੇਂਜ ਆ। ਕੀ ਵਧਿਆ, ਫਰਨੀਚਰ ਵਧਿਆ, ਇਕੱਲਾ ਫਰਨੀਚਰ ਕਿੰਨੇ ਨਾਲ ਵਧਿਆਗਾ, ਕਿੰਨੇ ਦਾ ਖਰੀਦਿਆ 1,500 ਰੁਪਏ ਦਾ ਫਰਨੀਚਰ ਵਧਿਆ। ਨਾ ਤਾਂ ਕੈਪੀਟਲ ਵਧੀ ਆ, ਕਿਉਂਕਿ ਕੈਪੀਟਲ ਨਾਲ ਆਇਆ ਕ੍ਰੈਡਿਟਰ ਵਧੇ ਨੇ। ਠੀਕ ਆ। ਹੁਣ ਇਹਨਾਂ ਦਾ ਐਡੀਸ਼ਨ ਕਰ ਲਓ ਆਪਾਂ 'ਚ ਕਿੰਨਾ ਹੁੰਦਾ ਗਾ, ਇਹਦਾ ਆ ਗਿਆ 76,500। ਹੁਣ ਇਹ ਫਾਈਨਲ ਇਕੁਏਸ਼ਨ ਹੈ, ਇਹਦੇ ਮੂਰੇ ਲਿਖ ਵੀ ਸਕਦੇ ਹਾਂ ਫਾਈਨਲ ਇਕੁਏਸ਼ਨ। ਠੀਕ ਹੈ। ਇੱਥੇ ਨਿਊ ਇਕੁਏਸ਼ਨ ਸੀ ਤਾਂ ਇੱਥੇ ਲਿਖ ਦਿਓ ਨਿਊ ਇਕੁਏਸ਼ਨ। ਠੀਕ ਹੈ। ਫਾਈਨਲ ਇਕੁਏਸ਼ਨ ਆ, ਦੇਖੋ 76,500 ਆ ਗਿਆ ਨਾ, 78,000 'ਚ 1,500 ਲੈਸ ਕੀਤੇ, ਪਲੱਸ ਕਿੰਨਾ ਹੋਊਗਾ, ਪਲੱਸ ਦੇਖੋ ਕਿੰਨਾ ਹੋਊ 5,000 ਪਲੱਸ ਕਿੰਨਾ ਹੋਊਗਾ 20,000 ਪਲੱਸ ਕਿੰਨਾ ਹੋਊ 1,500 ਬਰਾਬਰ ਹੈ ਕਿੰਨਾ ਆ ਗਿਆ 83,000, ਕਿਉਂਕਿ ਨੋਟ ਚੇਂਜ ਹੋਈ ਹੈ ਨਾ ਇਹਦੇ ਵਿੱਚ 83,000 ਪਲੱਸ ਕਿੰਨਾ ਆ ਗਿਆ 20,000। ਠੀਕ ਹੈ। ਹੁਣ ਇੱਕ ਵਾਰ ਦੁਬਾਰਾ ਰਿਪੀਟ ਕਰ ਦੇਣਾ, ਦੇਖੋ ਪਹਿਲਾਂ ਕੀ ਲਿਖਿਆ ਸੀ, ਕੈਪ ਕੀ ਕੀਤਾ, ਟ੍ਰਾਂਜੈਕਸ਼ਨਸ ਕੀ ਸੀ, ਬਿਜ਼ਨਸ ਸ਼ੁਰੂ ਕੀਤਾ ਸੀ ਕਿੰਨੇ ਰੁਪਏ ਨਾਲ 80,000,
ਕੀ ਹੁੰਦਾ, ਕੈਸ਼ ਇਨਕਰੀਜ਼ ਹੋ ਗਿਆ, ਕੈਪੀਟਲ ਵੱਧ ਗਈ। ਤੁਹਾਨੂੰ ਪਤਾ ਹੀ ਕੈਸ਼ ਵੱਧਦਾ ਕੈਪੀਟਲ ਵੱਧਦੀ। ਫਸਟ ਇਕੁਏਸ਼ਨ ਲਿਖਤੀ, ਠੀਕ ਆ। ਹੁਣ ਗੁਡਸ ਖਰੀਦੀਆਂ ਨੇ, ਗੁਡਸ ਖਰੀਦਣ ਨਾਲ ਕੀ ਹੁੰਦਾ, ਸਟਾਕ ਵੱਧਦਾ, ਲਾਇਬਿਲਿਟੀ ਵੱਧਦੀ, ਜਿਹਨੂੰ ਕ੍ਰੈਡੀਟਰ ਕਹਿੰਦੇ। ਕ੍ਰੈਡੀਟਰ ਇੱਥੇ ਐਡੀਸ਼ਨ ਕਰ ਲਈ, ਕ੍ਰੈਡੀਟਰਸ 20,000, ਠੀਕ ਆ। ਹੁਣ ਇਕੁਏਸ਼ਨ ਬਣ ਗਈ। ਹੁਣ ਨੈਕਸਟ ਇਕੁਏਸ਼ਨ ਦੇਖੋ, ਵਿਡਰਾ ਕੈਸ਼ ਫਾਰ ਪ੍ਰਾਈਵੇਟ ਯੂਜ਼, ਕੈਸ਼ ਵਿਡਰਾ ਲਗਾ ਲਿਆ, ਕੈਸ਼ ਘੱਟ ਜਾਊਗਾ, ਕੈਪੀਟਲ ਘੱਟਦੀ ਹੈ ਨਾ। ਜਦੋਂ ਆਪਾਂ ਪੈਸੇ ਘਟਾ ਲੈਂਦੇ ਹਾਂ ਕੈਪੀਟਲ ਤਾਂ ਘਟੂਗੀ ਆਪਣੀ, ਜਿੰਨਾ ਪੈਸਾ ਲਗਾਇਆ ਸੀ ਬਿਜ਼ਨਸ 'ਚ ਘਟਾ ਕੇ ਲੈ ਗਏ ਤਾਂ 78 + 20 78 + 20। ਫਿਰ ਕੀ ਆ, ਗੁਡਸ ਵੇਚਤੀਆਂ, ਠੀਕ ਆ, ਜਿਹਦਾ ਕੋਸਟ ਪ੍ਰਾਈਸ 15,000 ਸੀ 20 'ਚ ਵੇਚਤਾ, ਕੈਸ਼ ਤਾਂ ਵਧਿਆ ਨਹੀਂ ਹੈਗਾ ਕਿਉਂਕਿ ਨਗਦ ਨਹੀਂ ਵੇਚੀਆਂ। ਸਟਾਕ ਕਿੰਨੇ ਨਾਲ ਘਟੂ, 15 ਨਾਲ, ਕਿਉਂਕਿ ਸਟਾਕ ਦਾ ਕੋਸਟ ਪ੍ਰਾਈਸ 15,000 ਹੀ, ਜਿੰਨੇ ਦਾ ਕੋਸਟ ਹੋਵੇ ਕੋਸਟ ਪ੍ਰਾਈਸ ਉਹਨੇ ਨਾਲ ਲੈਸ ਹੁੰਦਾ। ਡੈਟਰ ਕਿੰਨੇ ਨਾਲ ਵਧੇ ਨੇ, ਡੈਟਰ ਹੁੰਦੇ ਜਿਹਨੂੰ ਉਧਾਰ ਵੇਚਦੇ ਉਹਨੂੰ ਡੈਟਰਸ ਕਹਿੰਦੇ, ਨਾਮ ਪਤਾ ਨਹੀਂ ਤਾਂ ਡੈਟਰਸ ਲਿਖਦੇ। ਕਿੰਨੇ ਨਾਲ ਵਧੇ ਨੇ, 20,000 ਰੁਪਏ ਨਾਲ, ਠੀਕ ਆ। ਤੇ ਤੁਹਾਨੂੰ ਪਤਾ ਵੀ ਡੈਟਰ 20 ਨਾਲ ਵਧੇ ਨੇ, ਸਟਾਕ 15 ਨਾਲ ਘਟਿਆ, ਕੀ ਹੋ ਗਿਆ, ਪ੍ਰੋਫਿਟ ਹੋ ਗਿਆ। 15,000 ਦੀ ਚੀਜ਼ਾਂ 20 'ਚ ਵੇਚਤੀਆਂ, ਤਾਂ ਜੇ ਪ੍ਰੋਫਿਟ ਹੋ ਜੇ ਤਾਂ ਐਡ ਕਰ ਦੇਣਾ, ਜੇ ਲੋਸ ਹੋ ਜੇ ਤਾਂ ਲੈਸ ਕਰ ਦਾਂਗੇ। ਆ ਨਿਊ ਇਕੁਏਸ਼ਨ ਆ ਗਈ ਐਡ ਕਰਕੇ। ਫਿਰ ਲਿਖਿਆ ਫਰਨੀਚਰ ਖਰੀਦਿਆ, ਫਰਨੀਚਰ ਖਰੀਦਣ ਨਾਲ ਕੀ ਹੁੰਦਾ, ਕੈਸ਼ ਕੱਢਦਾ, ਫਰਨੀਚਰ ਨਵਾਂ ਆਉਂਦਾ, ਫਰਨੀਚਰ ਦਾ ਕੋਈ ਕੋਲੋਂ ਨਹੀਂ ਤਾਂ ਫਰਨੀਚਰ ਐਡ ਕਰ ਲਿਆ, ਫਰਨੀਚਰ ਲਿਖ ਲਿਆ, ਠੀਕ ਆ। ਜਿਹੜਾ ਅਖੀਰ 'ਚ ਜਿਹੜਾ ਟੋਟਲ ਆਇਆ ਇਹ 'ਚ ਆਪਸ 'ਚ ਟੈਲੀ ਕਰਕੇ ਦੇਖ ਲਿਓ, ਆਪਸ 'ਚ ਮਿਲਣਾ ਚਾਹੀਦਾ ਇਹਦਾ ਟੋਟਲ। ਜੇ ਐਡੀਸ਼ਨ ਮਿਲ ਰਿਹਾ ਤਾਂ ਤੁਹਾਨੇ ਜਾਂ ਪ੍ਰੋਬਲਮ ਲਗਭਗ ਠੀਕ ਕੀਤੀ ਆ, ਠੀਕ ਆ। ਹੁਣ ਤੁਹਾਡਾ ਜਿਹੜੀ ਇਲਸਟ੍ਰੇਸ਼ਨ ਨੰਬਰ 2 ਸੀਗੀ ਉਹ ਸੋਲਵ ਹੋ ਗਈ ਬੇਟਾ। ਇਲਸਟ੍ਰੇਸ਼ਨ ਨੰਬਰ 2 ਆ ਦੇਖੋ, ਇਲਸਟ੍ਰੇਸ਼ਨ ਨੰਬਰ 2 ਸੋਲਵ ਹੋਈ ਹੈ ਬੇਟਾ। ਪ੍ਰੋਬਲਮ 2 ਆ, ਇਹਦਾ ਹਿੰਟ ਦੇਣਾ ਕਿਵੇਂ ਹੋਊਗਾ। ਲਿਖੀ ਦੀ ਰਹਿਮਾਨ का बिजनेस विद कैश ਨਾਲ ਬਿਜ਼ਨਸ ਸ਼ੁਰੂ ਕੀਤਾ, ਕੈਸ਼ ਵੱਧ ਗਿਆ, ਕੈਪੀਟਲ ਵੱਧ ਚੁੱਕੀ ਪਹਿਲੀ ਇਕੁਏਸ਼ਨ 'ਚ ਕਿਉਂਕਿ ਕੈਸ਼ ਨਾਲ ਬਿਜ਼ਨਸ ਸ਼ੁਰੂ ਕੀਤਾ। ਫਿਰ ਲਿਖਿਆ ਪਰਚੇਜ਼ ਗੁਡਸ ਔਨ ਕ੍ਰੈਡਿਟ, ਕੀ ਹੋ ਜੂ, ਸਟਾਕ ਵੱਧ ਜਾਊਗਾ, ਕ੍ਰੈਡੀਟਰ ਵੱਧ ਜਾਣਗੇ। ਫਿਰ ਲਿਖਿਆ ਵਿਡਰਾ ਕੈਸ਼ ਫਾਰ ਪ੍ਰਾਈਵੇਟ ਯੂਜ਼, ਕੈਸ਼ ਘੱਟ ਜਾਊਗਾ, ਕੈਪੀਟਲ ਘੱਟ ਜਾਊਗੀ। ਫਿਰ ਗੁਡਸ ਕੋਸਟਿੰਗ 10,000 ਸੋਲਡ ਔਨ ਕ੍ਰੈਡਿਟ 9,000, ਸਟਾਕ ਕਿੰਨੇ ਨਾਲ ਘਟੂਗਾ, 10,000 ਨਾਲ, ਡੈਟਰ ਕਿੰਨੇ ਨਾਲ ਵਧਣਗੇ, 9,000 ਨਾਲ। ਇਹਦੇ ਵਿੱਚ ਬੇਟਾ ਲੋਸ ਹੋ ਰਿਹਾ ਤਾਂ 1,000 ਰੁਪਇਆ ਕੈਪੀਟਲ 'ਚੋਂ ਲੈਸ ਹੋ ਜੂ, ਲੋਸ ਕਰਕੇ, ਲੋਸ ਕੈਪੀਟਲ ਘਟੂਗੀ। ਦੁਬਾਰਾ ਰਿਪੀਟ ਕਰ ਰਹੇ ਹਾਂ, 9,000 ਦੀ ਚੀਜ਼ਾਂ 10,000 ਦੀ ਗੁਡਸ 9 'ਚ ਵੇਚਤੀਆਂ, ਲੋਸ ਹੋ ਰਿਹਾ ਨਾ 1,000 ਦਾ, ਕੈਪੀਟਲ 1,000 ਨਾਲ ਘਟੇਗਾ। ਡੈਟਰ ਕਿੰਨੇ ਨਾਲ ਵਧਣਗੇ, 9,000 ਨਾਲ। ਸਟਾਕ ਕਿੰਨੇ ਨਾਲ ਘਟੂ, 10,000। ਦੇਖੋ ਇੱਥੇ ਡਿਫਰੈਂਸ ਪੈ ਗਿਆ, ਠੀਕ ਆ। ਡੈਟਰ 9 ਨਾਲ ਵਧੇ ਨੇ, ਠੀਕ ਆ, ਡੈਟਰ ਕਿੰਨੇ ਨਾਲ ਵਧੇ, 9 ਨਾਲ। ਸਟਾਕ ਕਿੰਨੇ ਨਾਲ ਘਟਿਆ, 10,000 ਨਾਲ। ਕੈਪੀਟਲ ਕਿੰਨੇ ਨਾਲ ਘਟੀ, 1,000 ਨਾਲ। ਪਰਚੇਜ ਮਸ਼ੀਨਰੀ ਖਰੀਦ ਲਈ, ਮਸ਼ੀਨਰੀ ਵੱਧ ਜੂ, ਕੈਸ਼ ਘੱਟ ਜੂਗਾ। ਪਰਚੇਜ ਗੁਡਸ ਫਾਰ ਕੈਸ਼, ਸਟਾਕ ਵੱਧ ਜੂਗਾ, ਕੈਸ਼ ਘੱਟ ਜੂਗਾ।